ये हमारे साथ रविंदर सिंह जी हैं जलंधर के, जिनकी उम्र 63 साल है। इनको CKD5 यानी कि किडनी फेलियर की प्रॉब्लम थी और इनको डायलिसिस और उसके बाद फिर ट्रांसप्लांट की एडवाइस थी। ये हमारे साथ बैठे जलंधर से आए हैं। ये पहले इनकी स्कैन रिपोर्ट भी मेरे हाथ में है। जब ये हमारे पास आए थे तब का ये स्कैन है। उस टाइम पे इनकी किडनी 13.3 ml यानी कि 13% काम कर रही थी, ये मान लीजिए आप। और क्रिएटिनिन भी इनका लगभग 14 के आसपास था। हम इन्हीं से पूछते हैं क्या दिक्कत है। डॉक्टर अमर सिंह आजाद MBBS MD वो भी मेरे साथ हैं। तो तुसी दसो ਤੁਹਾਨੂੰ ਕੀ ਦਿੱਕਤ ਸੀ, ਕੀ ਹੋਇਆ ਸੀ ਤੁਹਾਨੂੰ? ਪਹਿਲਾਂ ਮੇਰਾ ਖੂਨ ਘੱਟ ਹੋ ਗਿਆ ਜੀ, ਸ਼ੂਗਰ ਬਹੁਤ ਸੀਗੀ, ਬੀਪੀ ਵੀ ਵੱਧਦਾ ਸੀਗਾ। ਇਹ ਤਿੰਨੇ ਚੀਜ਼ਾਂ ਸਹੀ ਹੋ ਗਈਆਂ ਜੀ। ਨਹੀਂ, ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਕੀ ਹੋਇਆ ਸੀ? ਸਭ ਤੋਂ ਪਹਿਲਾਂ ਮੈਨੂੰ ਸ਼ੂਗਰ ਸੀਗੀ। ਪਹਿਲਾਂ ਸ਼ੂਗਰ ਸੀਗੀ, ਫਿਰ ਸ਼ੂਗਰ ਤੋਂ ਬਾਅਦ ਫਿਰ ਬੀਪੀ ਹੋ ਗਿਆ ਤੇ ਜਿੱਦਾਂ ਸੁਸਤੀ ਪੈਣ ਲੱਗ ਪਈ, ਕੰਮ ਕਰਨ ਨੂੰ ਦਿਲ ਨਹੀਂ ਕਰਨਾ, ਸੁੱਤੇ ਰਹਿਣਾ, ਇਹ ਪ੍ਰੋਬਲਮ ਹੋ ਗਈ ਸੀ ਥੋੜ੍ਹੀ। ਤੇ ਫਿਰ ਕਬਜ਼ ਹੋ ਗਈ ਸੀਗੀ ਤੇ ਫਿਰ ਕਿਡਨੀ ਦੀ ਰਿਪੋਰਟ ਆ ਗਈ ਇੱਦਾਂ। ਸ਼ੂਗਰ ਤੁਹਾਨੂੰ 20 ਸਾਲਾਂ ਤੋਂ ਸੀ ਤੇ ਬੀਪੀ ਨੂੰ ਤੁਹਾਨੂੰ ਉਦੋਂ 6 ਮਹੀਨੇ ਹੋਏ ਸੀਗੇ। ਤੁਹਾਨੂੰ ਕਿਡਨੀ ਬਾਰੇ ਪਹਿਲੀ ਵਾਰੀ ਕਦੋਂ ਪਤਾ ਚੱਲਿਆ ਸੀਗਾ? ਬਸ ਇਹੀ ਜਾਣੀ ਕਿ ਇੱਥੇ ਦਾਖਲ ਹੋਣ ਤੋਂ ਪਹਿਲਾਂ 6 ਮਹੀਨੇ ਪਹਿਲਾਂ ਪਤਾ ਚੱਲਿਆ। ਇੱਥੇ ਸਾਡੇ ਹਸਪੀਟਲ ਚੰਡੀਗੜ੍ਹ 'ਚ ਕਿੰਨੇ ਦਿਨ ਦਾਖਲ ਹੋਏ ਤੁਸੀਂ ਹਿਮਸ 'ਚ? ਇੱਥੇ ਮੈਂ 7 ਦਿਨ ਦਾਖਲ ਹੋਇਆ ਜੀ। 7 ਦਿਨ ਦਾਖਲ ਹੋਏ ਸੀ। ਅੱਛਾ, ਜਨਵਰੀ ਦਾਖਲ ਹੋਏ ਸੀ, 20 ਜਨਵਰੀ 2022 ਨੂੰ। ਇਹ ਤੁਹਾਡੀ ਰਿਪੋਰਟ ਹੁਣ ਲੇਟੈਸਟ ਵੀ ਹੈਗੀ ਮੇਰੇ ਕੋਲ। ਜਿਹੜੀ ਕਿਡਨੀ ਪਹਿਲਾਂ 13% ਕੰਮ ਕਰ ਰਹੀ ਸੀਗੀ, ਉਹੀ ਰਿਪੋਰਟ ਹੁਣ ਤੁਸੀਂ ਦੇਖੋ ਮਾਰਚ 'ਚ ਕਰਾਈ ਸੀ। ਉਦੋਂ ਇਹਨਾਂ ਦੀ 18.4 ਹੋ ਗਿਆ ਸੀ GFR, ਯਾਨੀ ਕਿ ਕਿਡਨੀ 13 ਤੋਂ 18% ਹੋ ਗਈ ਸੀ। ਫਿਰ ਉਸ ਤੋਂ ਬਾਅਦ ਲੇਟੈਸਟ ਰਿਪੋਰਟ ਹੈਗੀ ਆਪਣੇ ਕੋਲ 25 ਮਈ ਦੀ। ਉਹਦੇ ਵਿੱਚ ਅਹੀ ਕਿਡਨੀ 20.5 ਪੈਸੇ ਕੰਮ ਕਰ ਰਹੀ ਹੈ। ਠੀਕ ਹੈ, ਤੁਸੀਂ ਆਪਣੇ ਆਪ ਨੂੰ ਕਿਵੇਂ ਦਾ ਫੀਲ ਕਰ ਰਹੇ ਹੋ ਪਹਿਲਾਂ ਨਾਲੋਂ? ਪਹਿਲਾਂ ਨਾਲੋਂ ਅੱਛਾ ਜੀ, ਠੀਕ, ਬਹੁਤ ਅੱਛਾ ਫੀਲ ਕਰ ਰਹੇ ਹੋ। ਬਾਕੀ ਜੋ ਵੀ ਯੋਗਾ ਵੀ ਕਰਦੇ ਰਹੇ ਆ ਤੇ ਟੱਪ ਦੇ ਵਿੱਚ ਵੀ ਪੈਂਦੇ ਰਹੇ ਗਰਮ ਪਾਣੀ 'ਚ, ਤੇ ਜੋ ਉਹ ਫਿਰਕੀ ਮੰਜੇ ਵਾਲੀ ਫਿਰਕੀ ਆ ਸਿਰ ਵਾਲੇ ਪਾਸੇ ਨੀਵਾਂ ਉਹ ਵੀ ਕਰਦੇ। ਹੈਡ ਡਾਊਨ ਟਿਲਟ। ਤੁਹਾਡਾ ਵਜ਼ਨ ਵੀ ਪਹਿਲਾਂ 80 ਕਿਲੋ ਸੀਗੀ, ਹੁਣ 70 ਕਿਲੋ ਹੈ। ਹਾਂਜੀ। ਡਾਕਟਰ ਸਾਹਿਬ, ਤੁਸੀਂ ਆਪਣੇ ਪੁਆਇੰਟ ਆਫ ਵਿਊ ਨਾਲ ਇੱਕ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਦੀ ਇੰਪਰੂਵਮੈਂਟ ਆਈ ਹੈ ਪੇਸ਼ੈਂਟਸ ਨੂੰ, ਕਸਟਮਰਸ ਨੂੰ? ਜਦੋਂ ਤੋਂ ਜਿਹੜੇ ਆਪਾਂ ਕੰਮ ਕਰ ਰਹੇ ਹਾਂ ਪਿਛਲੇ 2-2.5 ਸਾਲ ਤੋਂ 3 ਸਾਲ ਤੋਂ, ਉਹ ਤਾਂ ਸਾਰੇ ਕਿਤੇ ਇਹੀ ਤਜਰਬਾ ਆ ਰਿਹਾ ਕਿ ਜਿਹੜੇ ਆਪਾਂ ਤਰੀਕੇ ਵਰਤ ਰਹੇ ਹਾਂ ਕਿਡਨੀ ਪੇਸ਼ੈਂਟਸ ਨੂੰ ਜਾਂ ਹੋਰ ਮਰੀਜ਼ਾਂ ਨੂੰ, ਬਹੁਤ ਅੱਛੇ ਰਿਜ਼ਲਟਸ ਨੇ। ਕਿਡਨੀ ਵਾਲੇ ਪੇਸ਼ੈਂਟਸ ਦੇ ਜਿਹੜਾ ਹੈ ਇਸ ਗੱਲ ਦੀ ਅਸੀਂ ਗਰੰਟੀ ਲੈਂਦੇ ਹਾਂ ਕਿ ਡਾਇਲਿਸਿਸ ਸ਼ੁਰੂ ਨਹੀਂ ਹੋਇਆ, ਉਹਨੂੰ ਡਾਇਲਿਸਿਸ ਸ਼ੁਰੂ ਨਹੀਂ ਹੋਏਗਾ, ਟ੍ਰਾਂਸਪਲਾਂਟ ਦੀ ਲੋੜ ਨਹੀਂ ਪਏਗੀ, ਕਿਉਂਕਿ ਇਸ ਨੂੰ ਸਾਨੂੰ ਤਜਰਬਾ ਹੋ ਚੁੱਕਿਆ ਹੈ। ਅਸੀਂ ਫੁੱਲ ਕੌਨਫੀਡੈਂਸ ਨਾਲ ਕਹਿ ਸਕਦੇ ਹਾਂ ਕਿ ਜਿਨ੍ਹਾਂ ਦਾ ਡਾਇਲਿਸਿਸ ਸ਼ੁਰੂ ਨਹੀਂ ਹੋਇਆ, ਨਹੀਂ ਹੋਏਗਾ ਤੇ ਨਾ ਹੀ ਉਹਨੂੰ ਟ੍ਰਾਂਸਪਲਾਂਟ ਦੀ ਲੋੜ ਪਏਗੀ। ਜਿਨ੍ਹਾਂ ਦਾ ਡਾਇਲਿਸਿਸ ਸ਼ੁਰੂ ਹੋ ਚੁੱਕਿਆ ਉਹਨਾਂ ਚੋਂ ਵੱਡੀ ਗਿਣਤੀ ਪੇਸ਼ੈਂਟ ਜਿਹੜੇ ਨੇ ਹੌਲੀ ਹੌਲੀ ਜਿਹੜੇ ਉਹਦੀ ਸਿਹਤ ਦੇ ਤੌਰ 'ਤੇ ਤਾਂ ਉਹ ਬਹੁਤ ਜਲਦੀ ਹੀ ਬਿਹਤਰ ਮਹਿਸੂਸ ਕਰਨ ਲੱਗ ਜਾਂਦੇ ਨੇ। ਅੱਛੇ ਸਾਰਾ ਕੁਝ ਉਹਦਾ ਸੁਧਾਰ ਹੋ ਜਾਂਦਾ, ਭੁੱਖ ਵੱਧ ਜਾਂਦੀ ਹੈ, ਬੋਡੀ ਊਰਜਾ ਅੱਛੀ ਆ ਜਾਂਦੀ ਹੈ, ਤੋਰਾ ਫੇਰਾ ਸ਼ੁਰੂ ਹੋ ਜਾਂਦਾ ਹੈ, ਕੰਮਕਾਰ ਕਰਨ ਲੱਗ ਜਾਂਦੇ ਮਰੀਜ਼। ਲੇਕਿਨ ਜਿਹੜੀ ਕ੍ਰੀਏਟਿਨਿਨ ਹੈ ਜਾਂ ਹੋਰ ਜਿਹੜੇ ਪੈਰਾਮੀਟਰਸ ਨੇ ਉਹ ਬਹੁਤ ਹੌਲੀ ਕਿਉਂਕਿ ਕਿਡਨੀ ਨੇ ਰੀਜਨਰੇਟ ਕਰਨਾ ਹੁੰਦਾ ਤੇ ਉਹ ਦੁਨੀਆ ਦਾ ਇਹ ਸਭ ਤੋਂ ਇਸ ਵੇਲੇ ਅਜੂਬਾ ਹੈ ਜਿਹੜੀ ਪੂਰੀ ਦੁਨੀਆ ਕਹਿੰਦੀ ਹੈ ਕਿ ਕਿਡਨੀ ਇੱਕ ਵਾਰੀ ਖਰਾਬ ਹੋ ਜਾਵੇ ਤਾਂ ਮੁੜ ਕੇ ਠੀਕ ਨਹੀਂ ਹੁੰਦੀ। ਲੇਕਿਨ ਇਹ ਜਿਹੜਾ ਅਜੂਬਾ ਵਾਪਰ ਰਿਹਾ ਇਹ ਅਜੂਬਾ ਪੂਰੀ ਦੁਨੀਆ 'ਚ ਪਹਿਲੀ ਵਾਰੀ ਵਾਪਰ ਰਿਹਾ ਕਿ ਕਿਡਨੀ ਠੀਕ ਹੋ ਜਾਂਦੀ ਹੈ ਤੇ ਦੁਬਾਰਾ ਰਿਕਵਰ ਕਰ ਜਾਂਦੀ ਹੈ। ਲੇਕਿਨ ਉਹਦੇ 'ਚ ਟਾਈਮ ਲੱਗਦਾ ਹੈ। ਇਸ ਕਰਕੇ ਅਸੀਂ ਹਮੇਸ਼ਾ ਹੀ ਮਰੀਜ਼ਾਂ ਨੂੰ ਕਹਿੰਦੇ ਹਾਂ ਕਿ ਕਾਹਲੇ ਨਹੀਂ ਪੈਣਾ, ਤੇਰਾ ਜਿਹੜਾ ਸਿਹਤ ਦੇ ਤੌਰ 'ਤੇ ਤੂੰ ਫੌਰੀ ਤੌਰ 'ਤੇ ਹਮਾਰਾ ਆਰਾਮ ਆਉਣਾ ਸ਼ੁਰੂ ਹੋ ਜਾਏਗਾ। ਬਹੁਤੇ ਮਰੀਜ਼ ਜਿਹੜੇ ਨੇ ਉਹ 15 ਦਿਨ 20 ਦਿਨ ਮਹੀਨੇ 'ਚ ਚੱਲਣਾ ਫਿਰਨਾ ਸ਼ੁਰੂ ਕਰ ਦਿੰਦੇ ਆ, ਆਪਣਾ ਕੰਮਕਾਰ ਸ਼ੁਰੂ ਕਰ ਦਿੰਦੇ ਆ, ਖਾਣਾ ਪੀਣਾ ਸ਼ੁਰੂ ਕਰ ਦਿੰਦੇ ਆ। ਜਿਹੜੇ ਕਿਡਨੀ ਦੇ ਪੈਰਾਮੀਟਰ ਨੇ, ਕ੍ਰੀਏਟਿਨਿਨ ਹੈ, ਯੂਰੀਆ ਹੈ, ਯੂਰਿਕ ਐਸਿਡ ਹੈ, ਇਹ ਹੌਲੀ ਹੌਲੀ ਜਿਵੇਂ ਕਿਡਨੀ ਰੀਜਨਰੇਟ ਕਰਦੀ ਹੈ ਉਵੇਂ ਵੀ ਇੰਪਰੂਵ ਕਰਨ ਲੱਗ ਜਾਂਦੇ ਨੇ। ਸੋ ਲੰਬੇ ਸਮੇਂ 'ਚ ਜੇ ਆਪਾਂ ਕਹੀਏ ਤਾਂ ਡਾਇਲਿਸਿਸ ਔਰ ਜਿਹੜੀ ਟ੍ਰਾਂਸਪਲਾਂਟ ਦੀ ਲੋੜ ਹੈ ਉਹ ਖਤਮ ਹੋ ਜਾਂਦੀ ਹੈ। ਡਾਕਟਰ ਸਾਹਿਬ ਇੱਕ ਕੁਐਸਚਨ ਮੇਰਾ ਸਵਾਲ ਤੋਂ ਰਿਲੇਟਡ, ਕਿਸੇ ਨੇ ਪੇਸ਼ੈਂਟ ਨੇ ਪੁੱਛਿਆ ਹੋਇਆ ਡਾਕਟਰ ਆਚਾਰਿਆ ਜੀ ਤੋਂ ਕਿ ਵੀ ਇੱਕ ਕਿਡਨੀ ਹੈ ਉਹਦੀ ਸ਼ੁਰੂ ਤੋਂ ਬਚਪਨ ਤੋਂ ਹੀ ਹੁੰਦੀ ਹੈ, ਕਈਆਂ ਦੀ ਇੱਕ ਕਿਡਨੀ ਹੁੰਦੀ ਹੈ ਜੀ, ਉਹ ਵੀ ਕਹਿੰਦਾ ਮੇਰੀ ਖਰਾਬ ਹੋ ਗਈ ਹੈ ਜੀ। ਉਸ ਕੇਸ 'ਚ ਕਿਆ ਤੁਸੀਂ ਉਹ ਨਹੀਂ ਫਰਕ ਪੈਂਦਾ, ਜਿਹੜੀ ਵੀ ਖਰਾਬ ਹੋ ਗਈ ਠੀਕ ਹੋ ਜਾਏਗੀ ਨਾ, ਉਹ ਠੀਕ ਹੋ ਸਕਦੀ ਹੈ। ਬਿਲਕੁਲ ਤੁਹਾਡੇ ਕੋਲ ਸਿੰਗਲ ਕਿਡਨੀ ਹੋਏਗੀ ਤਾਂ ਉਹ ਵੀ ਠੀਕ ਹੋ ਜਾਏਗੀ। ਹਾਂ ਬਿਲकुल ठीक है।
ਤੁਸੀਂ ਦੱਸੋ, ਦੇਸ਼ ਦੇ ਲੋਕ ਤੁਹਾਨੂੰ ਦੇਖ ਰਹੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਇੱਥਾਂ ਜਦੋਂ ਜਨਵਰੀ ਜੁੜੇ ਸੀ ਸਾਡੇ ਨਾਲ, ਇਹਨਾਂ ਦੀ ਤਬੀਅਤ ਦੇਖ ਕੇ, ਹਾਂਜੀ ਹਾਂਜੀ, ਉਸ ਨਾਲੋਂ ਹੁਣ ਤੱਕ ਇਹਨਾਂ ਦੀ ਤਬੀਅਤ ਵਿੱਚ ਕਿੰਨਾ ਕੁ ਸੁਧਾਰ ਹੈ? ਕਿੰਨਾ ਕੁ ਤੁਹਾਨੂੰ ਫਾਇਦਾ ਲੱਗਿਆ ਸਾਡੇ ਸੁਧਾਰ ਹਸਪੀਟਲ? ਡਾਕਟਰ ਸਾਹਿਬ ਅੱਗੇ ਨਾਲ ਤਾਂ ਬਹੁਤ ਸੁਧਾਰ ਆ, ਪਰ ਇੱਕ ਸਿਰਫ ਇਹ ਖਾਣ ਪੀਣ ਤੋਂ ਕਰ ਜਾਂਦੇ, ਹੋਰ ਨਹੀਂ ਗੱਲ ਹੀ ਕਰਦੇ। ਕਹਿੰਦੇ ਮੈਨੂੰ ਮਿਲਟ ਦੇ ਆਟੇ ਤੋਂ ਜਿੱਦਾਂ ਰੋਟੀ ਨਾ ਉਲਟੀ ਆਉਂਦੀ ਆ। ਕਾਫੀ ਠੀਕ ਹੋ ਗਏ ਆ, ਇਹ ਨਹੀਂ ਹੈਗਾ ਵੀ ਠੀਕ ਨਹੀਂ ਹੋਏ ਹੈਗੇ। ਤਾਂ ਕੰਮ ਕਰਨੇ ਨੂੰ ਕਹਿੰਦੇ ਦਿਲ ਕਰਦਾ ਆ, ਤੇ ਖਾਣ ਪੀਣ ਨੂੰ ਵੀ ਜਾਣੀ ਵਧੀਆ ਖਾਈ ਜਾਂਦੇ, ਇਦਾਂ ਦੀ ਗੱਲ ਨਹੀਂ ਆ ਕਿ ਰੋਟੀ ਤੋਂ ਕਰਦੇ ਬਸ। ਤੁਹਾਡੀ ਹੁਣ ਕੋਈ ਅੰਗਰੇਜ਼ੀ ਦਵਾਈ ਚੱਲ ਰਹੀ ਹੈ ਕਿਸੇ ਤਰ੍ਹਾਂ ਦੀ? ਅੰਗਰੇਜ਼ੀ ਸਾਰੀ ਬੰਦ। ਸਾਰੀ ਬੰਦ। ਹਾਂਜੀ, ਸਾਰਿਆਂ ਨੂੰ ਬੇਨਤੀ ਇਹੀ ਹੈ, ਪੂਰੇ ਦੇਸ਼ ਦੇ ਲੋਕਾਂ ਨੂੰ ਔਰ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਵੀ, ਕਿਉਂਕਿ ਸਾਡੇ ਬਹੁਤ ਸਾਰੇ ਇਸ ਖਿੱਤੇ ਦੇ ਲੋਕ ਜਿਹੜੇ ਨੇ, ਸਾਡਾ ਪੰਜਾਬੀ ਭਾਈਚਾਰਾ ਇਹ ਜਾਂ ਇਸ ਲਿਖੇ ਲੱਗਦੇ, ਉਹ ਬਾਹਰ ਵੀ ਬਹੁਤ ਨੇ ਔਰ ਬਹੁਤ ਵੀ ਸਾਨੂੰ ਫੋਨ ਕਰਦੇ ਰਹਿੰਦੇ ਔਰ ਆਉਂਦੇ ਰਹਿੰਦੇ ਸਾਡੇ ਕੋਲ, ਔਰ ਆਨਲਾਈਨ ਵੀ ਸਾਨੂੰ ਕੰਸਲਟ ਕਰਦੇ ਰਹਿੰਦੇ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਕੋਈ ਵੀ ਪੁਰਾਣੀ ਬਿਮਾਰੀ ਹੈ, ਚਾਹੇ ਗੁਰਦੇ ਦੀ ਹੈ, ਲਿਵਰ ਦੀ ਹੈ, ਸ਼ੂਗਰ ਹੈ, ਬੀਪੀ ਹੈ, ਕੋਈ ਆਟੋਮਿਊਨ ਡਿਸਆਰਡਰ ਹੈ, ਤਾਂ ਜਿਹੜਾ ਇਹ ਹੋਲਿਸਟਿਕ ਹੈਲਥ ਕੇਅਰ ਅਸੀਂ ਇੱਥੇ ਅਡਾਪਟ ਕੀਤਾ ਹਿਮਸ ਹਸਪੀਟਲ 'ਚ, ਇਹਦੇ ਬਾਰੇ ਜ਼ਰੂਰ ਜਾਣੋ। ਸਾਡੀ ਇਨਫੋਰਮੇਸ਼ਨ ਜਿਹੜੀ ਹੈ YouTube ਦੀਆਂ ਬਹੁਤ ਸਾਰੀਆਂ ਜਿਹੜੀਆਂ ਪਈ ਹੈ, YouTube ਦੀਆਂ ਬਣੀਆਂ ਹੋਈਆਂ ਨੇ ਵੀਡੀਓਜ਼, ਔਰ ਨੈਟ ਦੇ ਉੱਪਰ ਪਈ ਹੈ, ਹਿਮਸ ਦੇ ਵੈਬਸਾਈਟ ਤੇ ਪਈ ਹੈ, ਬਹੁਤ ਸਾਰੀ ਅਸੀਂ ਭਾਂਤ ਦੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਦੀ ਸਾਰੀ ਇਨਫੋਰਮੇਸ਼ਨ ਪਾਈ ਹੋਈ ਹੈ। ਤਾਂ ਉਹਦਾ ਲਾਭ ਉਠਾਓ, ਤੇ ਜੇ ਤੁਸੀਂ ਕੰਸਲਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਤਾਲਮੇਲ 'ਚ ਆਓ, ਤਾਂ ਕਿ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਜਿਹੜਾ ਥੋੜਾ ਹੀਲ ਕਰ ਸਕੀਏ, ਪੂਰੀ ਤਰ੍ਹਾਂ ਥੋੜੀ ਜਿਹੜੀ ਬਿਮਾਰੀ ਨੂੰ ਰਿਵਰਸ ਕਰ ਸਕੀਏ। ਮੈਂ ਇੱਕ ਲਾਸਟ ਤੇ ਗੱਲ ਕਹਿਣਾ ਚਾਹੂੰਗਾ, ਜਿਵੇਂ ਇਹ ਪੇਸ਼ੈਂਟ ਨੇ, ਮੰਨ ਲਓ ਚਲੋ ਇਹਨਾਂ ਨੇ ਹਸਪੀਟਲ ਅਫੋਰਡ ਕਰ ਲਿਆ, ਐਲੋਪੈਥੀ ਵੀ ਤੇ ਆਯੁਰਵੇਦਾ ਵੀ। ਜਿੰਨੇ ਵੀ ਲੋਕ ਮੇਰੀ ਗੱਲ ਸੁਣ ਰਹੇ ਹੈ, ਜਦੋਂ ਵੀ ਤੁਸੀਂ ਹੈਲਥ ਇੰਸ਼ੋਰੈਂਸ ਕਰਾਉਂਦੇ ਹੋ, ਇਹ ਪਹਿਲੀ ਗੱਲ ਤਾਂ ਹੈਲਥ ਇੰਸ਼ੋਰੈਂਸ ਜ਼ਰੂਰ ਕਰਾਇਆ ਕਰੋ, ਕਿਉਂਕਿ ਖੜੇ ਪੈਰ ਹਸਪੀਟਲਾਂ ਦੇ ਬਿੱਲ ਬਹੁਤ ਬੰਦੇ ਆ, ਉਦੋਂ ਬੰਦੇ ਨੂੰ ਮਜਬੂਰੀ ਆ ਜਾਂਦੀ ਹੈ। ਲੇਕਿਨ ਜਦੋਂ ਵੀ ਹੈਲਥ ਇੰਸ਼ੋਰੈਂਸ ਕਰਾਉਣਾ ਹੈ 100% ਆਯੁਸ਼ ਕਵਰ ਵਾਲਾ ਕਰਾਉਣਾ ਹੈ। ਉਹ ਆਯੁਰਵੇਦ 'ਚ ਵੀ ਚੱਲਦਾ ਹੈ, ਐਲੋਪੈਥੀ 'ਚ ਵੀ ਚੱਲਦਾ ਹੈ। ਉਹਦੇ ਨਾਲ ਕੀ ਫਾਇਦਾ ਹੋਏਗਾ? ਜਿਹੜਾ ਵੀ ਤੁਸੀਂ ਇਲਾਜ ਕਰਾਓਗੇ ਤੁਹਾਡਾ ਸਾਰਾ ਇਲਾਜ ਫ੍ਰੀ ਹੋ ਜਾਏਗਾ। ਦੂਜੀ ਗੱਲ, ਕਿਡਨੀ ਫੇਲ ਹੋਵੇ, ਲੀਵਰ ਫੇਲ ਹੋਵੇ, ਕੈਂਸਰ ਹੋਵੇ, ਘਬਰਾਓ ਨਾ। ਸਰੀਰ ਦੇ ਅੰਦਰ ਸ਼ਕਤੀ ਹੈ। ਰੱਬ ਨੇ ਸਾਨੂੰ ਆਪਣੀ ਛਵੀ ਦੇ ਰੂਪ ਵਿੱਚ ਬਣਾਇਆ। ਅਸੀਂ ਇੱਕ ਛੋਟਾ ਰੱਬ ਹੀ ਹੈਗੇ, ਸਾਰੇ ਹਰ ਬੰਦੇ ਦੇ ਵਿੱਚ ਰੱਬ ਹੈਗਾ। ਉਹ ਜਿਹੜਾ ਅੰਦਰ ਰੱਬ ਬੈਠਾ ਨਾ, ਉਹਨੂੰ ਜਗਾਓ, ਉਹਨੂੰ ਸਹੀ ਖੁਰਾਕ ਦਿਓ, ਸਹੀ এনवायरमेंट ਦਿਓ। ਉਹ ਰੱਬ ਆਪਣੇ ਆਪ ਹੀ ਬਿਮਾਰੀ ਨੂੰ ਹਰਾ ਦਿੰਦਾ ਹੈ। ਯਾਨੀ ਕਿ ਸਰੀਰ ਦੇ ਅੰਦਰ ਸ਼ਕਤੀ ਹੈ ਬਿਮਾਰੀ ਨੂੰ ਹਰਾਉਣ ਦੀ। ਮੈਂ ਤੁਹਾਨੂੰ ਰਿਪੋਰਟਾਂ ਦਿਖਾਤੀਆਂ ਇਹਨਾਂ ਦੀ ਤਿੰਨੋਂ। ਆ ਇਹਨਾਂ ਦੀ ਫਾਈਲ ਹੈਗੀ ਹੈ ਪੂਰੀ, ਕਿ ਜਦੋਂ ਇਹਨਾਂ ਨੇ 20 ਜਨਵਰੀ ਨੂੰ ਆਪਰੇਸ਼ਨ ਆਪਣਾ ਐਡਮਿਸ਼ਨ ਲਿੱਤਾ ਸੀ ਸਾਡੇ ਹਸਪੀਟਲ 'ਚ। ਅੱਜ ਹੋ ਗਈ 12 ਅਗਸਤ, ਅੱਜ 12 ਅਗਸਤ ਹੋ ਗਈ। ਲਗਭਗ ਇਹਨਾਂ ਨੂੰ ਸਾਡੇ ਹਸਪੀਟਲ 'ਚ ਆਏ ਹੋਏ 7 ਮਹੀਨੇ ਹੋ ਗਏ। ਇਹ ਤੁਹਾਡੇ ਸਾਹਮਣੇ ਹੈ, ਕੋਈ ਡਾਇਲਿਸਿਸ ਨਹੀਂ ਹੋਇਆ, ਤੇ ਟ੍ਰਾਂਸਪਲਾਂਟ ਦਾ ਭੁੱਲ ਹੀ ਜਾਓ, ਸਾਰੀ ਦਵਾਈਆਂ ਬੰਦ ਹੋ ਗਈਆਂ, ਪਲੱਸ ਇੰਜੈਕਸ਼ਨ ਬੰਦ ਹੋ ਗਏ। ਇਹਦੇ ਇਲਾਵਾ ਆਪਣੇ ਆਪ ਵਿੱਚ ਚੁਸਤੀ ਫੁਰਤੀ ਵੱਧ ਗਈ। ਤੇ ਇਹੀ ਕਹਿਣਾ ਚਾਹੂੰਗਾ ਆਪਣੀ ਤਰਫੋਂ, ਡਾਕਟਰ ਸਾਹਿਬ ਦੀ ਤਰਫੋਂ ਤੇ ਸਾਡੀ ਟੀਮ ਤਰਫੋਂ, ਕਿ ਆਯੁਰਵੇਦ, ਨੈਚੁਰੋਪੈਥੀ ਤੇ ਹੀਲਿੰਗ, ਇਹ ਤਿੰਨਾਂ ਦੇ ਨਾਲ ਹੀ ਆਪਣੀ ਬਾਡੀ ਨੂੰ, ਇੰਟਰਨਲ ਸਿਸਟਮ ਨੂੰ ਆਪਾਂ ਸੈੱਟ ਕਰਾਂਗੇ। ਡਾਕਟਰ ਸਾਹਿਬ ਦਾ ਜਿਹੜਾ ਇੱਕ ਬਹੁਤ ਵੱਡੀ ਲਾਈਨ ਹੈਗੀ ਹੈ, ਮਾਈਂਡ ਮੈਨੇਜਮੈਂਟ। ਇਹ ਸਾਰਾ ਖੇਲ ਮਾਈਂਡ ਦਾ ਹੈ, ਦਿਮਾਗ ਦਾ। ਦਿਮਾਗ ਤੋਂ ਸਟਰੋਂਗ ਹੋ ਜਾਓ, ਤੁਸੀਂ ਅੰਦਰੋਂ ਵੀ ਸਟਰੋਂਗ ਹੋ ਜਾਓਗੇ, ਠੀਕ ਹੋ ਜਾਓਗੇ। ਥੈਂਕ ਯੂ। कब से चल रहा है आपका ये ट्रीटमेंट? मेरे को 3 दिन हो गए यहाँ पे। अच्छा, क्या दिक्कत क्या है यहाँ पे? मेरा क्रेटिनाइन लेवल बढ़ रहा था और मेरे को लग रहा था कि किडनी में प्रॉब्लम है। तो टीवी पे प्रोग्राम में देखता था गुरुजी का, फिर आके पर्सनली गुरुजी ने टाइम दिया। पहले दिन जब मैं मिला तो बहुत अच्छा लगा और उन्होंने बोला कि आप बिल्कुल ठीक होके जाओगे, 2 से 3 महीने का ट्रीटमेंट, और लग भी रहा है यहाँ रह के कि बिल्कुल जल्दी ही ठीक हो जाएंगे। ठीक हो जाएंगे? हाँ, फर्क लग रहा है? तो हाँ, काफ़ी फ़र्क है। वेट भी काफ़ी कम है और चीज़ें भी ठीक हैं। और मेरा क्रेटिनाइन इतना ज़्यादा नहीं था, बट गुरुजी के साथ मिलने के बाद तो मुझे लग रहा है कि अब है ही नहीं। हाँ, बिल्कुल। मतलब हर्ष में लग रहे हैं। हाँ, क्या हाँ। है तकलीफ आपको? कहाँ से आए हैं आप? मैं पुणे महाराष्ट्र से आया हूँ। अच्छा जी। हाँ, मेरा क्रेटिनाइन बढ़ा था। हाँ। यहाँ आया तो पहले 5.4 हो गया, फिर 5.3 होता,
उसके यहाँ एडमिट होने के बाद 4.9 होगा। अभी कल टेस्ट डाला है, शायद अभी 2 के नीचे होगा। ठीक है, तो उतना फ्रेश लगे। ये जो बात है, हाँ। गर्म पानी में बैठना, हाँ। कितनी देर बैठना पड़ता है? मैं एक टाइम पे 2 घंटे तक बैठता हूँ। 2 घंटे तक 2 बैठते घंटे हैं तक तो आपको लगता है कि इससे फर्क पड़ रहा है? फर्क पड़ रहा है। ये पद्धति भारत में कहीं नहीं है? कहीं नहीं है, फर्स्ट टाइम मैं भी देखा है। आपने पहली बार देखा? मेरा इसमें बीपी भी कम होता है। जब उधर पहले आने के पहले थेरेपी में 155-65 होता, इधर आने के बाद 112, 15, 20 ऐसा होता कौन सी दिक्कत है जिसकी वजह से जो आपको लगता है कि इससे स्वास्थ्य में थोड़ा सुधार? इससे तो बीपी, शुगर, किडनी प्रॉब्लम ये तो है, लेकिन मुझे लगता है कि ये सब मेरा पीठ का दर्द तो उतना दिखाई नहीं देता, लेकिन ये होने के बाद तो पूरा खत्म ही हो गया। अभी नाम क्या है आपका? शुभ नाम? गोविंद कराड़। और मुझे नींद भी बहुत अभी अच्छी लगती है, कोई मेडिसिन लेने की जरूरत नहीं। हाँ, नमस्कार। कहाँ से हैं सर? क्या नाम है आपका? कोल्हापुर, महाराष्ट्र। अच्छा, आप भी महाराष्ट्र से? महाराष्ट्र से। इतनी दूर से यहाँ आने का पर्याय क्या था आपका? ये मैं यूट्यूब पे देखा। हाँ। देखने के बाद मुझे बहुत अच्छा लगा। हाँ। अच्छा लगने के बाद मेरे दोस्त ने एक उसका रिश्तेदार यहाँ आके गए वाला है जी, उसका अनुभव मुझे शेयर किया। हाँ। तो उसको डायलिसिस चल रही थी, तो डायलिसिस बंद होके 11 महीने हो गए, सॉरी 7 महीने हो गए डायलिसिस बंद होके। स्टार्टिंग में यहाँ आया था। आपको कितने महीने हुए यहाँ पे? अभी मैं 4 दिन हो गए यहाँ के। 4 दिन। 4 दिन में कुछ फर्क लग रहा है आपको? मुझे तो, मैं जब कोल्हापुर में डायलिसिस का पेशेंट मैं बोल के मैं हॉस्पिटल जाता था। हाँ। तो मंगलवार के दिन मैं डायलिसिस करता था। ठीक है। उसके बाद शनिवार को करता था। हाँ। ये 3 दिन के बीच में 3 लीटर से 3.5 लीटर पानी मेरा बढ़ता था। ठीक है। आज मैं 8 तारीख को डायलिसिस करके यहाँ आया हूँ। आज 13 तारीख है। हाँ। तो 5 दिन हो गए। हाँ। तो 5 दिन में मेरा 900 ml सिर्फ पानी बढ़े वाला है। ठीक है। और मैं जो क्वांटिटी में वहाँ पानी पीता था वही पानी मैं अभी यहाँ पीता हूँ। कम 100-200 मिली इधर उधर होता होगा। ठीक है। लेकिन मैं क्वांटिटी वही है मेरी 800-900 1 लीटर। ठीक है। तो भी मेरा 5 दिन में सिर्फ 800-900 मिली वेट बढ़ गया है। बढ़ गया। तो ये मेरे लिए बहुत अच्छी ये है, खुशी है। और अभी क्रिएटिन का जो बोले मेरा 5.5 था, तो मैंने यहाँ आने के बाद दूसरे दिन किया तो वो ट्रीटमेंट नहीं चालू थी, लेकिन 4.9 था। आज मैंने अभी कल ब्लड दिया वाला है, अभी कल का रिपोर्ट अभी आया नहीं। लेकिन यहाँ का डाइट और ये थेरेपी जो है, सवेरे का योगा जो है, संजय सर जो योगा अच्छी तरह से हमको ये करते हैं। मुझे थोड़ी तकलीफ है, लेकिन उनका गाइडेंस मैं अभी मेरे गाँव को जाने के बाद खुद एक्सपीरियंस करके मैं अच्छा ये करूँगा। लेकिन होप्स मुझे ये कहे कि अपना अगर खुद का पॉजिटिव थिंकिंग रही तो कुछ भी असंभव नहीं है। ये यहाँ मुझे 100% मिला। ठीक। श्रीवास्तव जी, थोड़ा बताइए ये जो बात थेरेपी है इसके बारे में थोड़ा सा हमारे दर्शकों को भी बताइए, जो कि कई पेशेंट्स के हमारे से क्वेश्चन होते हैं एक ही किडनी है उनकी, वो भी खराब होने की कगार पे आ जाती है, क्योंकि आजकल का खान पान ऐसा है। तो क्या उनके लिए अनुभव ही ठीक रहेगा? उनके लिए तो एक ही लाइफ लाइन बची है। जी देखिए, मैं आपको बताना चाहूँगा कि बेसिकली किडनी का, जैसे सबको मालूम है कि किडनी का फंक्शन होता है कि बॉडी के अंदर जो फ्लूइड्स हैं जो यूरिन के फॉर्म में बाहर निकलता है, वही मेन किडनी का काम है। मगर हमारे गलत आहार विहार व्यवहार के कारण या किन अन्य कारणों से जब किडनी कंप्रोमाइज हो जाती है, कमज़ोर हो जाती है, वीक हो जाती है, तो हमारा यूरिन आउटपुट ना के बराबर होना शुरू हो जाता है और जो फ्लूइड है वो अंदर भरने लगता है। और यही कारण है कि लोगों को डायलिसिस के लिए जाना पड़ता है बाहर मशीन्स में। जिनके ट्राइग्लिसराइड बढ़ गए हैं या जिनके क्रिएटिनिन बढ़े हैं, उनके लिए कोलेस्ट्रॉल बढ़े हुए लोगों के लिए भी क्या ये वाला बात काम करता है? बिल्कुल करता है, मैं वही आपको एक्सप्लेन कर रहा हूँ। तो जब आपका, देखिए जो भी आपने कहा ट्राइग्लिसराइड, क्रिएटिनिन, ये सब टॉक्सिन्स एक तरह से बॉडी के, और बॉडी के टॉक्सिन्स को निकलने के लिए 5 माध्यम है: मल, मूत्र, पसीना, आंसू और वॉमिटिंग, कफ। जब ये माध्यम कहीं ना कहीं अवरुद्ध हो जाते हैं तो हमारे बॉडी के अंदर वो टॉक्सिन्स इकट्ठा होना शुरू हो जाते हैं। हॉट वाटर इमर्शन थेरेपी, जिसे हम टब बात कहते हैं, हॉट वाटर इमर्शन थेरेपी में क्या होता है कि एक व्यक्ति, आप जैसे यहाँ पे देख सकते हैं कि ये बैठे हैं एक टब में जिसमें लगभग 630 लीटर का पानी होता है, और इनका पानी आइदर नेवल तक या चेस्ट के ऊपर तक होता है, शोल्डर तक, और लगभग 40 डिग्री का टेम्परेचर होता है। अब होता क्या है कि हमारा जो शरीर है धड़ के नीचे वाला, वो
40 डिग्री के टेम्परेचर में है और धड़ के ऊपर हमारा सर 37 डिग्री के टेम्परेचर में है। ऐसी स्थिति में और ये इनका जो शरीर का पोजीशन है वो 90 डिग्री या एल पोजीशन में है, तो हमारा बॉडी का फ्लूइड्स अगेंस्ट ग्रेविटी आके हमारे किडनी एंड लिवर की तरफ पुश होता है। ऊपर से भी हमारा ब्लड एक प्रेशर बनाता है, एक पानी का अपना एक प्रेशर है, टेम्परेचर है और एटमॉस्फेरिक प्रेशर है 2 डिग्री का। ये चारों चीज़ें मिलके शरीर के अंदर प्रेशर बनाते हैं और हमारा जो स्वेट है, जो पसीना है, वो निकलना शुरू होता है। देखिए, जो बॉडी का फ्लूइड है, चूंकि यूरिन बनकर नहीं निकल रहा है, तो जब टब में बैठते हैं तो वही पसीना बनके निकलता है। अगर आप पसीने का और यूरिन का लैब में टेस्ट कराएंगे तो एक जैसे ही पैरामीटर आते हैं। कितने दिन लगेंगे अगर क्रिएटिन को नॉर्मल लाना हो या यूरिक एसिड को नॉर्मल लाना हो या ग्लिसराइड को नॉर्मल लाना हो, तो इन चीज़ों को नॉर्मल लाने में कितना दिन के आप एडवाइस करते हैं कि हफ्ता? देखिए, 15 दिन बिठाएंगे। यहाँ पे हम लोग जनरली मैक्सिमम 7 to 10 डेज ही पेशेंट्स को एडमिट करते हैं। इसका पर्पज़ है कि 7 से 8 दिन में पेशेंट्स को एक एक्सपीरियंस हो जाता है। यहाँ पे ठीक कोई नहीं होता है, यहाँ पे केवल एक्सपीरियंस लेते हैं। यही एक्सपीरियंस जो हम सिखाते हैं, बिकॉज हम कहते हैं कि हिम्स एक हॉस्पिटल कम एक वर्कशॉप है। इस वर्कशॉप में हम पेशेंट्स को सिखाते हैं कि आपने क्या गलती की थी जिसे आपको दोहराना नहीं है, और यहाँ की थेरेपीज को सीख के आपको घर जाके उसको कंटिन्यू करना है। और घर पे कंटिन्यू करते करते मात्र 2 से 3 महीने के अंदर आपके पैरामीटर्स ठीक होने लगते हैं और आपको रिजल्ट्स आने लगते हैं। ऑलमोस्ट 1 साल प्लस हो चुका है हमको। अब हमारे पास रिटन डॉक्यूमेंटेड प्रूफ्स हैं जहाँ पे किडनी रिवाइव हो रही है। लास्ट मंथ डॉक्टर BRC सर ने एक सेमिनार किया था नागपुर में, और उन्होंने एक बुक्स लॉन्च किया था जिसमें कि यू कैन ग्रो योर ऑर्गन्स के ऊपर था। एंड अब ये डॉक्यूमेंटेड प्रूफ है कि आपके ऑर्गन्स रीग्रो करते हैं। जो पहले हमें बताया जाता था कि आपकी किडनी अगर एक बार कंप्रोमाइज हो गई, वैसे तो वो लोग फेल कहते हैं बट हम फेल वर्ड यूज़ नहीं करते, बट अगर किडनी कंप्रोमाइज भी हो गई है तो विद नेचुरोपैथी एंड आयुर्वेदिक थेरेपी, जिसमें हॉट वाटर इमर्शन थेरेपी है, और एक हेड डाउन टिल्ट। आप देखेंगे हेड डाउन टिल्ट, यहाँ पे एक पेशेंट्स लेटे हुए, खैर अब चले गए। तो ये 2 थेरेपी के द्वारा, पोस्टल मेडिसिन के द्वारा हमारे ऑर्गन्स रिवाइव हो जाते हैं। तो चंडीगढ़ में जो अभियान शुरू हुआ था, अब गुड़गांव, अमृतसर, दिल्ली, जालंधर, जयपुर, जोधपुर, लुधियाना, पटियाला, संगरूर, कई शहरों में हिम्स शुरू हो चुका है। हिम्स की ब्रांचेस शुरू हो चुकी हैं। अब हमें सिर्फ आपकी मदद चाहिए। भाई राजीव दीक्षित की याद में ये हिम्स शुरू हुआ था। भाई राजीव दीक्षित चाहते थे पूरे विश्व में आयुर्वेद का डंका बचे, आयुर्वेद की वजह से भारत विश्व गुरु बने। हमें आपकी मदद चाहिए। हर किडनी पेशेंट, लीवर फेल के पेशेंट और कैंसर के पेशेंट तक इस वीडियो को पहुंचाइए और भारत को विश्व गुरु बनाने में हमारी मदद कीजिए। धन्यवाद। जय हिंद।